ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਚਰਚਾ ਕਰਾਂਗੇ ਕਿ ਭਾਰਤ ਦੇ ਵਿੱਚ ਜੋ ਇੰਨੀਆਂ ਮੌਤਾਂ ਹੋ ਰਹੀਆਂ ਨੇ ਇੰਨੀ ਵੱਡੀ ਗਿਣਤੀ ਵਿੱਚ ਕੀ ਉਹ 5G ਟੈਕਨੋਲੋਜੀ ਦੇ ਕਾਰਨ ਹੋ ਰਹੀਆਂ ਨੇ। ਭਾਰਤ ਦੇ ਵਿੱਚ 5G ਇੰਟਰਨੈਟ ਤਕਨੀਕ ਸ਼ੁਰੂ ਕਰਨ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਇਸ ਮਨਜ਼ੂਰੀ ਦੇਣ ਤੋਂ ਪਹਿਲਾਂ ਤੋਂ ਹੀ खूब चर्चा हो रही सी कि 5G लोगों के नाल एक धोखा है, इस दे फायदे घट नुकसान ज़्यादा होणगे। पर टैलीकॉम कंपनियां लंबे समय तो इस दे ट्रायल की मंजूरी की मंग कर रही सी। 2019 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਇੰਡੀਅਨ ਮੋਬਾਈਲ ਕਾਂਗਰਸ ਦੇ ਦੌਰਾਨ ਕਿਸੇ ਇੱਕ ਇਲਾਕੇ ਵਿੱਚ ਇਸ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਨੌਜਵਾਨ ਤੇ ਖਾਸ ਕਰਕੇ ਇੰਟਰਨੈਟ ਦੀ ਦੁਨੀਆ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਤਾਂ ਇਹ ਬੇਹੱਦ ਚੰਗੀ ਖਬਰ ਹੈ, ਪਰ ਇਸ ਦਰਮਿਆਨ ਇਸ ਟੈਕਨੋਲੋਜੀ ਦੇ फायदे घट ते नुकसान ज्यादा हैं। इस मुद्दे ते खूब चर्चा हो रही है, तिखी चर्चा हो रही है। अज दे प्राइम टाइम दे विच असी 5G दे फायदे अते नुकसान बारे तत्थां समेत चर्चा करांगे। जो रिपोर्ट्स आईयां ने, जो इस दे विच खोजां होईयां ने, उस ते चर्चा करांगे। नाल ही दसांगे कि 5G दा करोना दे नाल आखिरकार की संबंध है। दूरसंचार विभाग यानी कि DOT ने 5G ट्रायल ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੈਲੀਕਾਮ ਕੰਪਨੀਆਂ ਨੂੰ ਇਸ ਹਫਤੇ 5G ਟ੍ਰਾਇਲਸ ਲਈ 5G ਸਪੈਕਟਰਮ ਉਪਲਬਧ ਕਰਵਾ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ 5G ਸਪੈਕਟਰਮ ਦੂਰਸੰਚਾਰ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਜਿਨ੍ਹਾਂ ਦੇ ਵਿੱਚ ਰਿਲਾਇੰਸ ਜੀਓ, ਭਾਰਤੀ ਏਅਰਟੈਲ, ਵੋਡਾਫੋਨ ਆਈਡੀਆ ਅਤੇ MTNL BSNL ਦੇ ਲਈ ਇਹ ਜਿਹੜੇ ਸਪੈਕਟਰਮ ਨੇ ਉਹ ਉਪਲਬਧ ਕਰਵਾਏ ਜਾਣਗੇ। ਦੂਰਸੰਚਾਰ ਸੇਵਾ ਦੇਣ ਵਾਲੇ ਗਰੁੱਪ ਪੂਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ਤੇ 5G ਟ੍ਰਾਇਲ ਸ਼ੁਰੂ ਕਰਨਗੇ ਤੇ ਬੜੀ ਅਹਿਮ ਗੱਲ ਹੈ ਕਿ 5G ਟ੍ਰਾਇਲ ਪਿੰਡੂ, ਅਰਧ ਸ਼ਹਿਰੀ ਅਤੇ ਸ਼ਹਿਰੀ ਯਾਨੀ ਕਿ ਸਾਰੇ ਇਲਾਕਿਆਂ ਦੇ ਵਿੱਚ ਹੀ ਸ਼ੁਰੂ ਕੀਤੇ ਜਾਣਗੇ। दूर संचार विभाग के मुताबिक 5G ਨੂੰ 4G नालों 10 गुणा तेजी ਦੇ ਨਾਲ डाउनलोड किया जा सकता है। नाल ही स्पैक्ट्रम की कुशलता भी 3 गुणा वध जाएगी, यानी कि थोड़े इंटरनेट की स्पीड है जिहड़ी वो इन्नी ज़्यादा वध जाएगी। 4G हुण जिवें अपने भारत दे विच 4G सब तो तेज़ इंटरनेट है। ਕਿਹਾ ਜਾਂਦਾ ਹੈ ਕਿ ਜਿਹਦੇ ਮੋਬਾਈਲ ਦੇ ਵਿੱਚ 4G ਹੁੰਦਾ ਹੈ ਜਾਂ ਜਿਹਦੇ ਕੋਲ 4G ਇੰਟਰਨੈਟ ਹੁੰਦਾ ਹੈ, ਉਹਦੀ ਸਪੀਡ ਸਕਿੰਟਾਂ ਦੇ ਵਿੱਚ ਹੀ ਜਿਹੜੀ ਹੈ ਨਾਪੀ ਜਾ ਸਕਦੀ ਹੈ। ਉਸ ਦੀ ਜਿਹੜੀ ਸਪੀਡ ਦੇ ਵਿੱਚ ਸਕਿੰਟਾਂ ਦੇ ਵਿੱਚ ਕੋਈ ਵੀ ਕੁਝ ਵੀ ਚੀਜ਼ ਤੁਸੀਂ ਡਾਊਨਲੋਡ ਕਰ ਸਕਦੇ ਹੋ। दूरसंचार विभाग का कहना है कि 5G की सुनवाई मौजूदा नैटवर्क दे विच नहीं बल्कि एक वक्रे नैटवर्क च की जाएगी। 5G नैटवर्क का ट्रायल गैर वपारिक आधार के उत्ते किया जाएगा। ये उम्मीद की जा रही है कि 5G नैटवर्क 1800 मैगाहर्ट्स, 2500 मैगाहर्ट्स ਅਤੇ 800 मैगाहर्ट्स ਦੇ ਨਾਲ 900 मैगाहर्ट्स बैंड ਦੇ ਨਾਲ ਕਵਰ ਕੀਤਾ ਜਾਏਗਾ। ਕੰਪਨੀਆਂ ਦੇ ਲਈ 700 मैगाहर्ट्स ਤੇ ਵੀ ਟੈਸਟ ਕਰਨ ਲਈ ਸਪੈਕਟਰਮ ਉਪਲਬਧ ਕਰਵਾਇਆ ਜਾਵੇਗਾ। ਟੈਲੀਕਾਮ ਕੰਪਨੀਆਂ ਨੂੰ ਸਪਸ਼ਟ ਤੇ ਸਿੱਧੇ ਹੁਕਮ ਜਾਰੀ ਕੀਤੇ ਗਏ ਨੇ ਕਿ ਉਹ ਇਹਨਾਂ ਦੀ 에ਅਰਵੇਵ ਦੀ ਵਰਤੋਂ ਸਿਰਫ ਟ੍ਰਾਇਲਸ ਦੇ ਲਈ ਹੀ ਕਰਨਗੀਆਂ। ਸਿਰਫ ਟ੍ਰਾਇਲ, ਕਿਉਂਕਿ ਹਜੇ ਸਿਰਫ ਟ੍ਰਾਇਲ ਦੀ ਮਨਜ਼ੂਰੀ ਹੈ, ਹਲੇ ਇਸ ਨੂੰ ਭਾਰਤ ਦੇ ਵਿੱਚ ਲਾਂਚ ਨਹੀਂ ਕੀਤਾ ਗਿਆ। ਹਜੇ ਇਸ ਨੂੰ ਭਾਰਤ ਦੇ ਵਿੱਚ ਲੋਕਾਂ ਨੂੰ ਵਰਤਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਹ ਸਾਰੇ ਬਿਲਕੁਲ ਧਿਆਨ ਦੇ ਨਾਲ ਆਪਣੇ ਮਨ ਦੇ ਵਿੱਚ ਗੱਲ ਰੱਖ ਲੈਣ ਕਿ ਹਲੇ ਮਾਰਕੀਟ ਦੇ ਵਿੱਚ 5G ਟੈਕਨੋਲੋਜੀ ਨਹੀਂ ਆਈ ਹੈ। ਟੈਲੀਕਾਮ ਕੰਪਨੀਆਂ ਜੇ ਵਪਾਰਕ ਕੰਮਾਂ ਲਈ ਇਸ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਇਸ ਨੂੰ ਸ਼ਰਤਾਂ ਦੀ ਉਲੰਘਣਾ ਮੰਨਿਆ ਜਾਵੇਗਾ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਸੋ ਇਹ ਇਸ ਮਸਲੇ ਦੇ ਵਿੱਚ ਇੱਕ ਜ਼ਰੂਰੀ ਗੱਲ ਹੈ ਕਿ ਟ੍ਰਾਇਲ ਦੀ ਮਨਜ਼ੂਰੀ ਹੈ, ਵਰਤਨ ਦੀ ਮਨਜ਼ੂਰੀ ਨਹੀਂ ਹੈ। ਸੋ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਨੂੰ ਹਾਲੇ ਵੀ ਇਹ ਨਹੀਂ ਸਮਝ ਆਇਆ ਹੋਵੇਗਾ ਕਿ 5G ਟੈਕਨੋਲੋਜੀ ਆਖਰ ਦੇ ਵਿੱਚ ਹੈ ਕੀ ਚੀਜ਼। ਸੌਖੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ 5G ਦਾ ਮਤਲਬ ਤੇਜ਼ ਇੰਟਰਨੈਟ ਸਪੀਡ ਹੈ। ਸਭ ਤੋਂ ਵੱਧ ਤੇਜ਼ ਇੰਟਰਨੈਟ ਸਪੀਡ ਅੱਜ ਦੇ ਦੌਰ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਹਿ ਲਈਏ ਮੌਜੂਦਾ 4G ਦੇ ਮੁਕਾਬਲੇ 100 ਗੁਣਾ ਵੱਧ ਸਪੀਡ। ਇਸ ਮੋਬਾਈਲ ਇੰਟਰਨੈਟ ਸੇਵਾ ਨਾਲ ਡੇਟਾ ਡਾਊਨਲੋਡ ਤੇ ਅਪਲੋਡ ਕਰਨ ਦੀ ਸਪੀਡ ਵੱਧ ਜਾਏਗੀ। ਇਸ ਦੇ ਨਾਲ ਹੀ ਵੱਡਾ ਕਾਰਜ ਖੇਤਰ, ਚੰਗਾ ਤੇ ਸਥਿਰ ਕਨੈਕਸ਼ਨ ਮਿਲੇਗਾ। ਇਸ ਨਾਲ ਰੇਡੀਓ ਸਪੈਕਟਰਮ ਹੋਰ ਬਿਹਤਰ ਹੋਵੇਗਾ। ਇੱਕੋ ਸਮੇਂ ਕਈ ਗੈਜਟਸ ਦੇ ਨਾਲ ਮੋਬਾਈਲ ਇੰਟਰਨੈਟ ਸੇਵਾ ਦੀ ਵਰਤੋਂ ਹੋ ਸਕੇਗੀ। ਇਸ ਦੇ ਨਾਲ ਵੀਡੀਓ ਦੀ ਕੁਆਲਿਟੀ ਹੋਰ ਚੰਗੀ ਹੋਵੇਗੀ। ਮੋਬਾਈਲ ਵਰਚੁਅਲ ਰਿਐਲਿਟੀ ਤੇ ਤਕਨੀਕ ਨਾਲ ਜੁੜੀਆਂ ਹੋਰ ਚੀਜ਼ਾਂ ਦੇ ਵਿੱਚ ਇੰਟਰਨੈਟ ਦੀ ਵਰਤੋਂ ਦਾ ਲਾਭ ਮਿਲ ਸਕੇਗਾ।
ਸੋ ਕਲਪਨਾ ਕਰਕੇ ਦੇਖੀਏ ਕਿ ਡਰੋਨ, ਕੈਮਰੇ, ਬਚਾਅ ਕਾਰਜਾਂ ਅਤੇ ਖੋਜ ਦੇ ਲਈ ਇੱਕ ਦੂਸਰੇ ਦੇ ਨਾਲ ਤਾਲਮੇਲ ਕਰਨ, ਅੱਗ ਜਾਂ ਟ੍ਰੈਫਿਕ ਦੀ ਨਿਗਰਾਨੀ ਆਦਿ ਇਹ ਸਭ ਸੰਚਾਰ ਗਰਾਊਂਡ ਬੇਸ ਸਟੇਸ਼ਨਾਂ ਦੇ ਰਾਹੀਂ 5G ਨੈਟਵਰਕ ਦੇ ਜ਼ਰੀਏ ਜੇ ਹੋਵੇ ਤਾਂ ਕਿੰਨਾ ਫਾਸਟ ਹੋਵੇਗਾ। ਇਸ ਤਰ੍ਹਾਂ ਹੀ ਕੁਝ ਲੋਕ ਕੋਈ ਵੀ ਸੋਚਦੇ ਨੇ ਕਿ 5G ਸੇਵਾ ਖੁਦ ਮੁਖਤਿਆਰ ਵਾਹਨਾਂ ਦੇ ਆਪਸੀ ਸੰਚਾਰ ਕਰਨ ਦੇ ਲਈ, ਲਾਈਵ ਨਕਸ਼ੇ ਅਤੇ ਟ੍ਰੈਫਿਕ ਦਾ ਡੇਟਾ ਪੜ੍ਹਨ ਦੇ ਲਈ ਕਾਫੀ ਅਹਿਮ ਹੋਵੇਗੀ। ਇਸ ਨੂੰ ਇਹਨਾਂ ਚੀਜ਼ਾਂ ਦੇ ਲਈ ਬਹੁਤ ਹੀ ਮੋਰਲੇ ਪੱਧਰ ਤੇ ਵਰਤਿਆ ਜਾਵੇਗਾ। ਵਧੇਰੇ ਸੰਭਾਵਨਾ ਹੈ ਕਿ ਮੋਬਾਈਲ ਗੇਮਰਸ ਨੂੰ ਗੇਮਸ ਦੌਰਾਨ ਸਕਰੀਨ ਦੇ ਉੱਤੇ ਇਫੈਕਟ ਦਿਖਣੇ ਚਾਹੀਦੇ ਨੇ ਤੇ ਉਹਨਾਂ ਨੂੰ ਨੈਟਵਰਕ ਦੇ ਵਿੱਚ ਤੇਜ਼ੀ ਚਾਹੀਦੀ ਹੁੰਦੀ ਹੈ। ਉਹਨਾਂ ਦੇ ਲਈ ਵੀ ਇਹ ਕਾਫੀ ਫਾਇਦੇਮੰਦ ਹੋਵੇਗਾ। ਮੋਬਾਈਲ ਵੀਡੀਓਜ਼ ਤੁਰੰਤ ਤੇ ਬਿਨਾਂ ਕਿਸੇ ਗੜਬੜ ਦੇ ਤੇ ਇਸ ਦੇ ਨਾਲ ਕੰਪਨੀਆਂ ਇਹ ਵੀ ਦਾਅਵਾ ਕਰ ਰਹੀਆਂ ਨੇ ਕਿ ਵੀਡੀਓ ਕਾਲਸ ਹੋਰ ਸਾਫ਼ ਤੇ ਸਪਸ਼ਟ ਹੋ ਜਾਣਗੀਆਂ, ਘੱਟ ਗੜਬੜ ਵਾਲੀਆਂ ਹੋਣਗੀਆਂ, ਕਨੈਕਸ਼ਨ ਨਹੀਂ ਟੁੱਟੇਗਾ। ਪਹਿਨਣਯੋਗ ਫਿਟਨੈਸ ਡਿਵਾਈਸਿਸ ਤੁਹਾਡੀ ਸਿਹਤ ਦੀ ਰੀਅਲ ਟਾਈਮ ਨਿਗਰਾਨੀ ਕਰ ਸਕਦੇ ਨੇ। ਜਿਵੇਂ ਹੀ ਕੋਈ ਐਮਰਜੈਂਸੀ ਹੋਵੇ ਤਾਂ ਡਾਕਟਰਾਂ ਨੂੰ ਅਲਰਟ ਕਰ ਸਕਦੇ ਨੇ ਤੇ 5G ਦੇ ਨਾਲ ਇਹ ਸਾਰੀਆਂ ਸੇਵਾਵਾਂ ਬਹੁਤ ਤੇਜ਼ ਹੋ ਜਾਣਗੀਆਂ ਤੇ ਤੁਹਾਡੇ ਜੀਵਨ ਨੂੰ ਸੌਖਾ ਕਰ ਦੇਣਗੀਆਂ। ਇਹ ਕਹਿੰਦੀਆਂ ਨੇ ਟੈਲੀਕਾਮ ਕੰਪਨੀਆਂ। ਸੋ ਹੁਣ ਇੱਕ ਹੋਰ ਸਵਾਲ ਹੈ ਕਿ ਕੀ ਇਹ 4G ਤੋਂ ਵੱਖਰੀ ਹੈ? ਇਹ ਬਿਲਕੁਲ ਨਵੀਂ ਰੇਡੀਓ ਟੈਕਨੋਲੋਜੀ ਹੈ। ਜੋ ਵਿਗਿਆਨ ਕਹਿੰਦਾ ਹੈ, ਜੋ ਜਾਣਕਾਰੀ ਸਾਨੂੰ ਮਿਲੀ ਹੈ ਕਿ ਇਹ ਜਿਹੜੀ 4G ਤੋਂ ਬਿਲਕੁਲ ਵੱਖਰੀ ਤੇ ਨਵੀਂ ਰੇਡੀਓ ਟੈਕਨੋਲੋਜੀ ਹੈ, ਪਰ ਹੋ ਸਕਦਾ ਹੈ ਕਿ ਤੁਸੀਂ ਪਹਿਲੇ ਪੜਾਅ ਤੇ ਇਹਦੀ ਵੱਧ ਸਪੀਡ ਹਾਸਲ ਨਾ ਕਰ ਸਕੋ ਕਿਉਂਕਿ 5G ਦੇ ਨੈਟਵਰਕ ਚਾਲਕਾਂ ਵੱਲੋਂ ਪਹਿਲਾਂ ਤੋਂ ਹੀ ਚਾਲੂ 4G ਨੈਟਵਰਕਸ ਦੀ ਸਮਰੱਥਾ ਨੂੰ ਵਧਾਉਣ ਦੇ ਢੰਗ ਵਜੋਂ ਵਰਤਣ ਦੀ ਸੰਭਾਵਨਾ ਬਣੀ ਹੋਈ ਹੈ ਤਾਂ ਜੋ ਗਾਹਕਾਂ ਦੇ ਲਈ ਵਧੇਰੇ ਇਕਸਾਰ ਸੇਵਾ ਨੂੰ ਯਕੀਨੀ ਬਣਾਇਆ ਜਾਵੇ। ਯਾਨੀ ਕਿ ਇੱਕ ਗੱਲ ਬੜੇ ਚੰਗੇ ਤਰੀਕੇ ਨਾਲ ਸਮਝਣ ਦੀ ਲੋੜ ਹੈ ਕਿ 4G ਤੇ 5G ਟੈਕਨੋਲੋਜੀ ਹੈ ਜਿਹੜੀ ਉਹਨਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈ। 5G ਬਿਲਕੁਲ ਹੀ ਨਵੀਂ ਰੇਡੀਓ ਟੈਕਨੋਲੋਜੀ ਹੈ। ਜਿਵੇਂ ਪਹਿਲਾਂ ਹੁੰਦਾ ਸੀ 2G ਤੋਂ ਬਾਅਦ 3G ਫਿਰ 4G, ਇਹਦੇ ਇੱਕ ਮਤਲਬ ਟੈਕਨੋਲੋਜੀ ਦੇ ਸਹੀ ਹੁੰਦੇ ਵਰਜਨ ਸੀਗੇ ਜਾਂ ਆਪਾਂ ਕਹਿ ਲਈਏ ਕਿ ਅਪਡੇਟਡ ਵਰਜਨ ਸੀਗੇ, ਪਰ 5G ਬਿਲਕੁਲ ਨਵੀਂ ਰੇਡੀਓ ਟੈਕਨੋਲੋਜੀ ਹੈ। 5G ਦੇ ਟ੍ਰਾਇਲ ਕਿੱਥੇ-ਕਿੱਥੇ ਤੇ ਕਿਵੇਂ ਹੋਣਗੇ, ਇਹ ਵੀ ਬੜਾ ਅਹਿਮ ਸਵਾਲ ਹੈ। ਟੈਲੀਕਾਮ ਕੰਪਨੀ ਨੂੰ ਹਰ ਤਰ੍ਹਾਂ ਦੇ ਇਲਾਕੇ ਵਿੱਚ ਟ੍ਰਾਇਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਪਿੰਡਾਂ ਵਿੱਚ, ਕਸਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਟ੍ਰਾਇਲ ਹੋਣਗੇ। ਸਿਰਫ ਸ਼ਹਿਰੀ ਇਲਾਕਿਆਂ ਤੱਕ ਇਹਨੂੰ ਸੀਮਿਤ ਨਹੀਂ ਰੱਖਿਆ ਜਾਏਗਾ। 5G ਦੀ ਪਹੁੰਚ ਪਿੰਡਾਂ ਤੱਕ ਵੀ ਹੋਵੇਗੀ। ਇਹ ਪਿੰਡਾਂ ਵਾਲਿਆਂ ਦੇ ਲਈ ਥੋੜੀ ਰਾਹਤ ਵਾਲੀ ਖਬਰ ਹੋ ਸਕਦੀ ਹੈ ਕਿਉਂਕਿ ਕੋਈ ਵੀ ਤਕਨੀਕ ਹੋਵੇ ਪਿੰਡਾਂ ਤੱਕ ਥੋੜੀ ਦੇਰੀ ਦੇ ਨਾਲ ਹੀ ਪਹੁੰਚਦੀ ਹੈ ਤੇ ਇਸ ਦੇ ਲਈ ਕੰਪਨੀਆਂ ਟ੍ਰਾਇਲ ਵਾਲੀ ਥਾਂ ਤੇ ਹੀ ਆਪਣਾ ਤਕਨੀਕੀ ਸੈਟਅਪ ਕਰਨਗੀਆਂ। ਦੇਸ਼ ਭਰ ਦੇ ਵਿੱਚ 5G ਉਪਕਰਨ ਲਾਉਣ ਦੇ ਲਈ 2 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਕੰਪਨੀਆਂ ਨੂੰ। ਦੂਰਸੰਚਾਰ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕੰਪਨੀਆਂ ਨੂੰ 5G ਦੇ ਟ੍ਰਾਇਲ ਲਈ 6 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਹੈ। ਟ੍ਰਾਇਲ ਵੇਲੇ ਇਸ ਨੂੰ ਕਮਰਸ਼ੀਅਲ ਸਰਵਿਸ ਵਾਂਗ ਸ਼ੁਰੂ ਕੀਤਾ ਜਾਏਗਾ, ਯਾਨੀ ਕਿ ਕੁੱਲ 6 ਮਹੀਨੇ ਦਿੱਤੇ ਗਏ ਨੇ। 2 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਆਪਣਾ ਤਕਨੀਕੀ ਸੈਟਅਪ ਕਰਨਾ ਹੋਏਗਾ ਜਿੱਥੇ-ਜਿੱਥੇ ਇਹਨਾਂ ਨੇ ਟ੍ਰਾਇਲ ਕਰਨੇ ਨੇ। ਹਾਲਾਂਕਿ ਇਸ ਦਾ ਐਕਸੈਸ ਸੀਮਿਤ 5G ਡਿਵਾਈਸਸ ਤੱਕ ਹੀ ਰਹੇਗਾ। 5G ਨਾਲ ਜੁੜਿਆ ਸਾਰਾ ਡੇਟਾ ਭਾਰਤ ਵਿੱਚ ਸਥਿਤ ਕਿਸੇ ਵੀ ਸਰਵਰ ਦੇ ਵਿੱਚ ਸਟੋਰ ਨਹੀਂ ਕੀਤਾ ਜਾਏਗਾ। ਇਸ ਤੇ ਦੂਰਸੰਚਾਰ ਵਿਭਾਗ ਨੇ ਸਖਤੀ ਦੇ ਨਾਲ ਰੋਕ ਲਾਈ ਹੈ। ਜੇ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰੇਗੀ ਕੰਪਨੀ, ਉਸ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇਗੀ। ਤੇ 5G ਲਈ ਕੰਪਨੀਆਂ ਨੂੰ ਨਵੇਂ ਟਾਵਰਾਂ ਦਾ ਜਾਲ ਵਿਛਾਉਣਾ ਹੋਵੇਗਾ, ਯਾਨੀ ਕਿ 6 ਮਹੀਨਿਆਂ ਦੇ ਵਿੱਚ ਇੱਕ ਚੈਲੰਜ ਹੈ ਕੰਪਨੀਆਂ ਦੇ ਲਈ ਕਿ 6 ਮਹੀਨਿਆਂ 'ਚ ਉਹਨਾਂ ਨੇ 5G ਦਾ ਟ੍ਰਾਇਲ ਕਰਨਾ ਕਿਵੇਂ ਹੈ। ਪਰ 5G ਦੇ ਆਉਣ ਨਾਲ 4G ਖਤਮ ਨਹੀਂ ਹੋਵੇਗਾ। ਇਹ ਅਸੀਂ ਤੁਹਾਨੂੰ ਦੁਬਾਰਾ ਦੱਸ ਦਿੰਦੇ ਹਾਂ। 5G ਵਾਸਤੇ ਹਾਈ ਫ੍ਰੀਕੁਐਂਸੀ ਰੇਡੀਓ ਵੇਵਜ਼ ਦੀ ਵਰਤੋਂ ਹੋਵੇਗੀ ਜੋ ਪਹਿਲਾਂ 4G ਜਾਂ 3G ਦੇ ਵਿੱਚ ਨਹੀਂ ਹੁੰਦੀ ਸੀ, ਜਿਹੜੀ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਬਿਲਕੁਲ ਵੱਖਰੀ ਰੇਡੀਓ ਟੈਕਨੋਲੋਜੀ ਹੈ। ਅੱਜ ਤੋਂ ਦਹਾਕੇ ਪਹਿਲਾਂ ਜ਼ਿਆਦਾਤਰ ਰੇਡੀਓ ਸੁਣਿਆ ਜਾਂਦਾ ਸੀ ਜਦੋਂ ਟੀਵੀ ਦਾ ਦੌਰ ਘੱਟ ਹੁੰਦਾ ਸੀ। ਉਸ ਵਕਤ ਰੇਡੀਓ ਤੇ ਮੀਡੀਅਮ ਤੇ ਸ਼ਾਰਟ ਵੇਵਜ਼ ਦਾ ਇਸਤੇਮਾਲ ਹੁੰਦਾ ਸੀ ਜਿੱਥੇ ਜ਼ਿਆਦਾਤਰ ਭਾਰਤੀ ਚੈਨਲ ਆਉਂਦੇ ਸੀ। ਇਹਨਾਂ ਦਾ ਬ੍ਰਾਡਕਾਸਟ ਦਿੱਲੀ ਤੋਂ ਕੀਤਾ ਜਾਂਦਾ ਸੀ ਤੇ ਇਹ ਦੇਸ਼ ਦੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਵੀ ਸੁਣਾਈ ਦਿੰਦੇ ਸੀ। ਸੋ ਹੁਣ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਕਿ 5G ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਆਖਿਰਕਾਰ ਕੀ ਚਰਚਾ ਹੋ ਰਹੀ ਹੈ। ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਕਰੋਨਾ ਫੈਲਿਆ ਹੋਇਆ। ਦੂਸਰੀ ਲਹਿਰ ਨੇ ਪੂਰੇ ਭਾਰਤ ਨੂੰ ਬਹੁਤ ਹੀ ਵੱਡੀ ਮੁਸੀਬਤ ਦੇ ਵਿੱਚ ਪਾ ਰੱਖਿਆ ਹੈ। ਹਰ ਦਿਨ ਵੱਡੀ ਗਿਣਤੀ ਦੇ ਵਿੱਚ ਮੌਤਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ। ਸੋਸ਼ਲ ਮੀਡੀਆ ਤੇ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੀ ਕਰੋਨਾ ਇਨਫੈਕਸ਼ਨ ਬਾਰੇ ਵੱਖਰੇ-ਵੱਖਰੇ ਦਾਅਵੇ ਕੀਤੇ ਜਾ ਰਹੇ ਨੇ।
बहुत सारे लोग साडे भी बहुत सारे दर्शक ने ਜਿਹੜੇ ਕਹਿੰਦੇ ਨੇ ਕਿ 5G ਕਰਕੇ ਕਰੋਨਾ ਫੈਲ ਰਿਹਾ ਕਿਉਂਕਿ ਅਜਿਹੀਆਂ ਕੁਝ ਵੀਡੀਓਜ਼ ਆਈਆਂ ਨੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਵਿੱਚ ਕਿਹਾ ਗਿਆ ਕਿ 5G ਰੇਡੀਏਸ਼ਨ ਕਰਕੇ ਹੀ ਕਰੋਨਾ ਜਿਹੜਾ ਉਹ ਫੈਲ ਰਿਹਾ ਹੈ ਪਰ ਸੱਚਾਈ ਹੈ ਜਿਹੜੀ ਤੱਥ ਹੈ ਫੈਕਟ ਹੈ ਉਹ ਇਹ ਹੈ ਕਿ ਭਾਰਤ ਦੇ ਵਿੱਚ ਹਾਲੇ 5G ਟ੍ਰਾਇਲ ਸ਼ੁਰੂ ਨਹੀਂ ਹੋਏ ਹਾਲੇ 5G ਟ੍ਰਾਇਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਹਾਲੇ ਪੂਰੇ ਭਾਰਤ ਦੇ ਵਿੱਚ ਉਹ ਟਾਵਰ ਵਿਛਾ ਰਹੇ ਨੇ ਆਪਣਾ ਤਕਨੀਕੀ ਸੈਟਅਪ ਕੰਪਨੀਆਂ ਕਰ ਰਹੀਆਂ ਨੇ 5G ਦੀਆਂ ਵੇਵਸ ਨੇ ਜਿਹੜੀਆਂ ਉਹ ਹਾਲੇ ਵਾਤਾਵਰਣ ਦੇ ਵਿੱਚ ਨਹੀਂ ਆਈਆਂ ਲੋਕਾਂ ਵੱਲੋਂ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਕਰੋਨਾ ਵਰਗੀ ਕੋਈ ਬਿਮਾਰੀ ਹੀ ਨਹੀਂ ਹੈ ਪਰ 5G ਟੈਕਨੋਲੋਜੀ ਦੀ ਜਾਂਚ ਦਾ ਨਤੀਜਾ ਹੈ ਕਿ ਕਰੋਨਾ ਜ਼ਿਆਦਾ ਫੈਲ ਰਿਹਾ ਹੈ ਤੇ WHO ਨੇ ਵੀ ਇਸ ਰਿਪੋਰਟ ਦਾ ਜਵਾਬ ਦਿੱਤਾ ਹੈ WHO ਨੇ ਸਪਸ਼ਟੀਕਰਨ ਦਿੱਤਾ ਹੈ ਲੋਕਾਂ ਨੂੰ ਸੁਨੇਹਾ ਭੇਜਿਆ ਹੈ ਕਿ ਵਾਇਰਸ ਹੈ ਜਿਹੜਾ ਕਰੋਨਾ ਵਾਇਰਸ ਹੈ ਰੇਡੀਓ ਤਰੰਗਾਂ ਜਾਂ ਮੋਬਾਈਲ ਨੈਟਵਰਕ ਦੇ ਜ਼ਰੀਏ ਨਹੀਂ ਫੈਲ ਸਕਦਾ WHO ਨੇ ਕਿਹਾ ਹੈ ਕਿ ਸਾਰੇ ਦਾਅਵੇ ਜਿਹੜੇ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਉਹ ਬਿਲਕੁਲ ਗਲਤ ਹੈ 5G ਮੋਬਾਈਲ ਨੈਟਵਰਕ ਕਰੋਨਾ ਨੂੰ ਫੈਲਾਉਣ ਦੀ ਕੋਈ ਤਾਕਤ ਨਹੀਂ ਰੱਖਦਾ ਇਹ ਵੀ ਦੱਸਿਆ ਗਿਆ ਹੈ ਕਿ ਕਰੋਨਾ ਮੋਬਾਈਲ ਨੈਟਵਰਕ ਅਤੇ ਰੇਡੀਓ ਤਰੰਗਾਂ ਦੇ ਨਾਲ ਇੱਕ ਥਾਂ ਤੋਂ ਦੂਸਰੀ ਥਾਂ ਤੇ ਨਹੀਂ ਜਾ ਸਕਦਾ ਰਿਪੋਰਟ ਦੇ ਮੁਤਾਬਿਕ ਕਰੋਨਾ ਉਹਨਾਂ ਦੇਸ਼ਾਂ ਦੇ ਵਿੱਚ ਵੀ ਹੋ ਰਿਹਾ ਹੈ ਜਿੱਥੇ 5G ਮੋਬਾਈਲ ਨੈਟਵਰਕ ਹੀ ਨਹੀਂ ਹੈ ਇਹ WHO ਨੇ ਆਪਣਾ ਬਿਆਨ ਜਾਰੀ ਕੀਤਾ ਪਰ ਇਹਨਾਂ ਬਿਆਨਾਂ ਦਾ ਕੋਈ ਖਾਸਾ ਚੰਗਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਲਗਾਤਾਰ ਅਜਿਹੇ ਸਵਾਲ ਅਜਿਹੀਆਂ ਗੱਲਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਸੁਣਨ ਨੂੰ ਮਿਲ ਰਹੀਆਂ ਨੇ ਕਿ 5G ਟਾਵਰਾਂ ਦੀ ਜਾਂਚ ਚੋਂ ਨਿਕਲਣ ਵਾਲੀ ਰੇਡੀਏਸ਼ਨ ਹਵਾ ਨੂੰ ਜ਼ਹਿਰੀਲਾ ਬਣਾ ਰਹੀ ਹੈ ਇਸ ਲਈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਤੇ ਆਕਸੀਜਨ ਲੈਵਲ ਵੀ ਇਸੇ ਕਰਕੇ ਹੀ ਘਟ ਰਿਹਾ ਹੈ ਵਾਇਰਲ ਸੰਦੇਸ਼ ਦੇ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਤੁਰੰਤ 5G ਦੀ ਟੈਸਟਿੰਗ ਹੈ ਜਿਹੜੀ ਉਹ ਬੰਦ ਕੀਤੀ ਜਾਵੇ ਵਾਇਰਲ ਪੋਸਟਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਰੇਡੀਏਸ਼ਨ ਦੇ ਕਾਰਨ ਘਰ ਦੇ ਵਿੱਚ ਹਰ ਥਾਂ ਤੇ ਕਰੰਟ ਲੱਗ ਜਾਂਦਾ ਹੈ ਗਲਾ ਆਮ ਦੇ ਨਾਲੋਂ ਥੋੜਾ ਜ਼ਿਆਦਾ ਸੁੱਕ ਜਾਂਦਾ ਹੈ ਜੇ ਇਹਨਾਂ 5G ਟਾਵਰਾਂ ਦੀ ਟੈਸਟਿੰਗ ਤੇ ਪਾਬੰਦੀ ਲਾਈ ਗਈ ਤਾਂ ਸਭ ਕੁਝ ਠੀਕ ਹੋ ਜਾਏਗਾ ਕੁਝ ਲੋਕਾਂ ਨੇ ਅਜਿਹੇ ਸੁਨੇਹੇ ਵੀ ਸਾਂਝੇ ਕੀਤੇ ਨੇ ਤੇ ਉਹਨਾਂ ਨੇ ਇਸ ਤਰ੍ਹਾਂ ਹੋਣ ਦਾ ਦਾਅਵਾ ਵੀ ਕੀਤਾ ਕਿ ਸਾਡੇ ਨਾਲ ਇਸ ਤਰ੍ਹਾਂ ਵਾਪਰ ਰਿਹਾ ਆਪਾਂ ਵੀ ਦੇਖਿਆ ਕਿ ਕੈਨੇਡਾ ਦੇ ਵਿੱਚ ਭਾਰਤ ਦੇ ਵਿੱਚ ਇਨਸਾਨਾਂ ਦੇ ਵਿੱਚ ਲੋਕਾਂ ਦੇ ਵਿੱਚ ਕਰੰਟ ਲੱਗਣ ਦੀਆਂ ਜਿਹੜੀਆਂ ਖਬਰਾਂ ਨੇ ਉਹ ਬੜੀਆਂ ਫੈਲੀਆਂ ਹੋਈਆਂ ਨੇ ਕਿ ਕਰੋਨਾ ਤੋਂ ਬਾਅਦ ਕਰੰਟ ਲੱਗਣ ਦੀ ਬਿਮਾਰੀ ਹੈ ਜਿਹੜੀ ਲੋਕਾਂ ਨੂੰ ਉਹ ਫੈਲ ਗਈ ਹੈ ਤੇ ਇਸ ਦਾ ਕਾਰਨ ਇਸ ਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ 5G ਦੀ ਟੈਸਟਿੰਗ ਨੂੰ ਇਹਨਾਂ ਵਾਇਰਲ ਖਬਰਾਂ ਦੇ ਦਰਮਿਆਨ WHO ਨੇ ਤਾਂ ਆਪਣਾ ਬਿਆਨ ਜਾਰੀ ਕਰ ਦਿੱਤਾ ਹੈ ਭਾਰਤ ਦਾ ਦੂਰਸੰਚਾਰ ਵਿਭਾਗ ਕੀ ਕਹਿੰਦਾ ਹੈ ਕਿਹਾ ਗਿਆ ਕਿ ਮੋਬਾਈਲ ਟਾਵਰ ਦੇ ਵਿੱਚੋਂ ਨਾਨ ਆਇਓਨਾਈਜ਼ਿੰਗ ਰੇਡੀਓ ਫ੍ਰੀਕੁਐਂਸੀਜ਼ ਨਿਕਲਦੀਆਂ ਨੇ ਜੋ ਕਿ ਬਹੁਤ ਕਮਜ਼ੋਰ ਹੁੰਦੀਆਂ ਨੇ ਮਨੁੱਖਾਂ ਸਮੇਤ ਕਿਸੇ ਵੀ ਜੀਵਤ ਸੈੱਲ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਦੂਰਸੰਚਾਰ ਵਿਭਾਗ ਨੇ ਰੇਡੀਓ ਬਾਰੰਬਾਰਤਾ ਵਾਲੇ ਇਲਾਕਿਆਂ ਦੇ ਐਕਸਪੋਜ਼ਰ ਸਰਹੱਦਾਂ ਦੇ ਮਾਪਦੰਡ ਨਿਰਧਾਰਿਤ ਕੀਤੇ ਨੇ ਯਾਨੀ ਕਿ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਟ੍ਰਾਇਲ ਹੋਣਾ ਹੈ ਉਹਨਾਂ ਦਾ ਥਾਂ ਹੈ ਜਿਹੜਾ ਉਹਨਾਂ ਦੀ ਸੀਮਾ ਉਹਨਾਂ ਦੀ ਹੱਦ ਨਿਰਧਾਰਿਤ ਕੀਤੀ ਗਈ ਹੈ ਜੋ ਕਿ ਅੰਤਰਰਾਸ਼ਟਰੀ ਕਮਿਸ਼ਨ ਔਨ ਨਾਨ ਆਇਓਨਾਈਜ਼ਿੰਗ ਰੇਡੀਏਸ਼ਨ ਪ੍ਰੋਟੈਕਸ਼ਨ ਅਤੇ WHO ਵੱਲੋਂ ਨਿਰਧਾਰਿਤ ਸੁਰੱਖਿਅਤ ਜਿਹੜੇ ਮਾਪਦੰਡ ਨੇ ਉਹਨਾਂ ਨਾਲੋਂ ਲਗਭਗ 10 ਗੁਣਾ ਵਧੇਰੇ ਸਖਤ ਨੇ ਭਾਰਤੀ ਦੂਰਸੰਚਾਰ ਵਿਭਾਗ ਦੇ ਬਿਆਨ ਤੋਂ ਬਾਅਦ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਨੇ ਵੀ ਇਸ ਮਸਲੇ ਤੇ ਆਪਣਾ ਬਿਆਨ ਜਾਰੀ ਕੀਤਾ ਹੈ ਪੰਜਾਬ ਸਰਕਾਰ ਦੇ ਸੰਚਾਰ ਮੰਤਰਾਲੇ ਨੇ ਕਿਹਾ ਕਿ ਇਹ ਸੁਨੇਹੇ ਇਹ ਗੱਲਾਂ ਬਿਲਕੁਲ ਗਲਤ ਨੇ ਤੇ ਬਿਲਕੁਲ ਵੀ ਸਹੀ ਨਹੀਂ ਜੋ ਵੀ 5G ਟੈਕਨੋਲੋਜੀ ਦੇ ਬਾਰੇ ਫੈਲਾਈਆਂ ਜਾ ਰਹੀਆਂ ਨੇ 5G ਟੈਕਨੋਲੋਜੀ ਅਤੇ ਕੋਵਿਡ-19 ਦੇ ਫੈਲਣ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਫੈਲਾਈ ਗਈ ਗਲਤ ਜਾਣਕਾਰੀ ਅਤੇ ਅਫਵਾਹਾਂ ਤੋਂ ਤੁਸੀਂ ਸਾਰੇ ਸੁਚੇਤ ਰਹੋ 5G ਟੈਕਨੋਲੋਜੀ ਨੂੰ ਕੋਵਿਡ-19 ਮਹਾਮਾਰੀ ਨਾਲ ਜੋੜਨ ਦੇ ਦਾਅਵੇ ਝੂਠੇ ਹਨ ਇਹਨਾਂ ਦਾ ਕੋਈ ਵੀ ਵਿਗਿਆਨਕ ਆਧਾਰ ਨਹੀਂ ਹੈ ਨਾ ਕੋਈ ਸਬੂਤ ਹੈ 5G ਨੈਟਵਰਕ ਦਾ ਪਰੀਖਣ ਭਾਰਤ ਵਿੱਚ ਕਿਤੇ ਵੀ ਸ਼ੁਰੂ ਨਹੀਂ ਹੋਇਆ ਹੈ ਸਭ ਤੋਂ ਪਹਿਲੀ ਗੱਲ ਹੀ ਇਹੀ ਹੈ ਕਿ ਪਰੀਖਣ ਸ਼ੁਰੂ ਨਹੀਂ ਹੋਇਆ ਇਹ ਪੰਜਾਬ ਸਰਕਾਰ ਕਹਿ ਰਹੀ ਹੈ ਕਹਿੰਦੇ 5G ਨੈਟਵਰਕ ਦੇ ਟ੍ਰਾਇਲ ਨਾਲ ਭਾਰਤ ਵਿੱਚ ਕੋਵਿਡ ਹੋਣ ਦੇ ਕਾਰਨ ਸੰਬੰਧੀ ਜਿੰਨੇ ਵੀ ਦਾਅਵੇ ਕੀਤੇ ਜਾ ਰਹੇ ਨੇ ਸਾਰੇ ਬਿਲਕੁਲ ਬੇਬੁਨਿਆਦ ਅਤੇ ਝੂਠੇ ਨੇ ਇਹ ਵੀ ਕਿਹਾ ਗਿਆ ਹੈ ਕਿ ਦੂਰਸੰਚਾਰ ਵਿਭਾਗ ਦੇ ਵੱਲੋਂ ਜਿਹੜੀ ਨਿਯਮਾਂ ਦੀ ਸਖਤੀ ਹੈ ਉਹ ਬਹੁਤ ਜ਼ਿਆਦਾ ਕੀਤੀ ਗਈ ਹੈ ਜੋ TSPs ਇਹਨਾਂ ਨਿਰਧਾਰਿਤ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰ ਸਕਣ ਸਾਡੇ ਕੋਲ ਉਹ ਇੱਕ ਸੁਚੱਜੀ ਪ੍ਰਕਿਰਿਆ ਹੈ ਫਿਰ ਵੀ ਕਹਿੰਦੇ ਜੇ ਕਿਸੇ ਵਿਅਕਤੀ ਨੂੰ ਜੇ ਕਿਸੇ ਨੂੰ ਵੀ ਇਹ ਲੱਗਦਾ ਹੈ ਕਿ ਮੋਬਾਈਲ ਟਾਵਰ ਦੇ ਵੱਲੋਂ ਨਿਰਧਾਰਿਤ ਸੀਮਾ ਨਾਲੋਂ ਵੱਧ ਰੇਡੀਓ ਤਰੰਗਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਤਾਂ ਤੁਸੀਂ EMF ਚੈੱਕ ਕਰਨ ਦੇ ਲਈ ਤਰੰਗ ਸੰਚਾਰ ਪੋਰਟਲ ਦੇ ਰਾਹੀਂ ਸਾਨੂੰ ਲਿਖ ਸਕਦੇ ਹੋ ਬੇਨਤੀ ਕਰ ਸਕਦੇ ਹੋ ਤੇ ਇਹ ਜਿਹੜੇ
ਵੈਬ ਪੋਰਟਲ ਹੈ ਉਹ ਵੀ ਦਿੱਤਾ ਹੋਇਆ ਹੈ tarangsanchar.gov.in। ਇੱਥੇ ਤੁਸੀਂ ਜਾ ਕੇ ਆਪਣੀ ਜਿਹੜੀ ਸ਼ਿਕਾਇਤ ਹੈ ਉਹ ਦਰਜ ਕਰਵਾ ਸਕਦੇ ਹੋ। ਵਿਭਾਗ ਦੇ ਵੱਲੋਂ ਲੋਕਾਂ ਦੇ ਡਰ ਦੂਰ ਕਰਨ ਦੇ ਲਈ ਕਈ ਜਾਗਰੂਕਤਾ ਪ੍ਰੋਗਰਾਮ ਵੀ ਉਲੀਕੇ ਗਏ ਨੇ ਜਿਹੜੇ ਕਿ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਨੇ। ਜਿੱਥੇ ਇਹ ਗੱਲਾਂ ਫੈਲ ਰਹੀਆਂ ਨੇ ਕਿ 5G ਦੇ ਕਾਰਨ ਕਰੋਨਾ ਦੀਆਂ ਮੌਤਾਂ ਹੋ ਰਹੀਆਂ ਨੇ, 5G ਦੇ ਕਾਰਨ ਕਰੋਨਾ ਫੈਲ ਰਿਹਾ ਹੈ, ਉਸੇ ਦਰਮਿਆਨ ਇਸ ਦੇ ਫਾਇਦੇ ਵੀ ਗਿਣਵਾਏ ਜਾ ਰਹੇ ਨੇ। ਕਹਿੰਦੇ 5G ਦੇ ਆਉਣ ਦੇ ਨਾਲ ਕਈ ਕ੍ਰਾਂਤੀਕਾਰੀ ਬਦਲਾਅ ਹੋਣਗੇ। 5G ਨੈਟਵਰਕ ਦੀ ਵਪਾਰਕ ਵਰਤੋਂ ਤੋਂ ਬਾਅਦ ਡਾਕਟਰੀ ਸਹੂਲਤਾਂ, ਸਮਾਰਟ ਸ਼ਹਿਰਾਂ ਦੀ ਟੈਕਨੋਲੋਜੀ, ਵਰਚੁਅਲ ਬੈਂਕਿੰਗ, ਖੇਡਾਂ ਅਤੇ ਖੇਡਾਂ ਦੇ ਨਾਲ 360 ਡਿਗਰੀ ਦਾ ਆਨੰਦ ਲੈਣ ਦੇ ਵਾਸਤੇ ਵੱਡੇ ਅੰਕੜੇ, ਵਿਸ਼ਲੇਸ਼ਣ ਅਤੇ ਨਕਲੀ ਬੁੱਧੀ ਨੂੰ ਵੱਡਾ ਹੁਲਾਰਾ ਮਿਲੇਗਾ। ਟੈਲੀਮੈਡੀਸਨ ਅਤੇ ਟੈਲੀ ਐਜੂਕੇਸ਼ਨ ਨੂੰ ਨਵੇਂ ਖੰਭ ਲੱਗਣਗੇ। ਡਰੋਨ ਦੇ ਜ਼ਰੀਏ ਖੇਤੀਬਾੜੀ, ਰੱਖਿਆ ਅਤੇ ਸੁਰੱਖਿਆ ਦੇ ਖੇਤਰ ਦੇ ਵਿੱਚ ਨਵੀਆਂ ਪੌੜੀਆਂ ਚੜ੍ਹਨ ਦਾ ਲੋਕਾਂ ਨੂੰ ਮੌਕਾ ਮਿਲੇਗਾ। VIAVI ਦੇ ਅੰਕੜਿਆਂ ਦੇ ਮੁਤਾਬਿਕ 5G ਨੈਟਵਰਕ ਦੁਨੀਆ ਦੇ 34 ਮੁਲਕਾਂ ਦੇ 378 ਸ਼ਹਿਰਾਂ ਦੇ ਵਿੱਚ ਉਪਲਬਧ ਹੈ। ਪਿਛਲੇ ਸਾਲ ਤੱਕ 5G ਮੋਬਾਈਲ ਨੈਟਵਰਕ ਦੱਖਣੀ ਕੋਰੀਆ ਦੇ 85 ਸ਼ਹਿਰਾਂ, ਚੀਨ ਦੇ 57 ਸ਼ਹਿਰਾਂ, ਅਮਰੀਕਾ ਦੇ 50 ਸ਼ਹਿਰਾਂ ਤੇ UK ਦੇ 31 ਸ਼ਹਿਰਾਂ ਦੇ ਵਿੱਚ ਉਪਲਬਧ ਸੀ। ਇਹਨਾਂ ਮੁਲਕਾਂ ਦੀ ਜੇ ਗੱਲ ਕਰ ਲਈਏ ਤਾਂ ਉੱਥੋਂ ਦੀਆਂ ਰਿਪੋਰਟਸ ਦੇ ਮੁਤਾਬਿਕ ਇਹਨਾਂ ਮੁਲਕਾਂ ਦੇ ਵਿੱਚ 5G ਦੇ ਨੁਕਸਾਨ ਤੇ ਫਾਇਦਿਆਂ ਬਾਰੇ ਕੋਈ ਖਾਸ ਚਰਚਾ ਲੋਕਾਂ ਨੇ ਨਹੀਂ ਕੀਤੀ, ਬਲਕਿ ਲੋਕਾਂ ਨੇ ਇਹਨਾਂ ਮੁਲਕਾਂ ਦੇ ਵਿੱਚ 5G ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਪਣਾ ਲਿਆ। ਸੋ ਪ੍ਰਾਈਮ ਟਾਈਮ ਦੇ ਵਿੱਚ ਇਸ ਖਾਸ ਚਰਚਾ ਦੇ ਵਿੱਚੋਂ ਆਖਿਰਕਾਰ ਨਤੀਜਾ ਕੀ ਨਿਕਲਦਾ ਹੈ, 5G ਦੇ ਨਾਲ ਲੋਕਾਂ ਨੂੰ ਕਿੰਨਾ ਫਾਇਦਾ ਹੋਏਗਾ, ਕਿੰਨਾ ਨੁਕਸਾਨ ਹੋਏਗਾ, ਇਸ ਬਾਰੇ ਹਾਲੇ ਕੁਝ ਵੀ ਕਹਿਣਾ ਸਹੀ ਨਹੀਂ ਹੋਏਗਾ। ਅਸੀਂ ਇਸ ਦਾ ਕੁਝ ਵੀ ਦਾਅਵਾ ਨਹੀਂ ਕਰਦੇ ਕਿ 5G ਟੈਕਨੋਲੋਜੀ ਹੈ ਜਿਹੜੀ ਉਹ ਲੋਕਾਂ ਦੇ ਲਈ ਬਹੁਤ ਨੁਕਸਾਨਦੇਹ ਹੈ ਜਾਂ ਬਹੁਤ ਫਾਇਦੇਮੰਦ ਹੈ। ਅਸੀਂ ਸਿਰਫ ਤੱਥਾਂ ਦੀ ਗੱਲ ਕੀਤੀ ਹੈ, ਰਿਪੋਰਟਸ ਦੀ ਗੱਲ ਕੀਤੀ ਹੈ। ਤੇ ਜੇ ਆਪਾਂ ਭਾਰਤੀ ਦੂਰਸੰਚਾਰ ਵਿਭਾਗ ਜਾਂ ਫਿਰ WHO ਦਾ ਬਿਆਨ ਲੈ ਲਈਏ ਤਾਂ ਉਹਨਾਂ ਦੇ ਮੁਤਾਬਿਕ 5G ਤਕਨੀਕ ਤੋਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ, ਬਲਕਿ ਇਸ ਤਕਨੀਕ ਦੇ ਫਾਇਦਿਆਂ ਬਾਰੇ ਹੀ ਗਿਣਵਾਇਆ ਜਾ ਰਿਹਾ ਹੈ। ਹਕੀਕਤ ਕੀ ਹੈ, ਸੱਚ ਕੀ ਹੈ, ਇਹ 5G ਦੇ ਟ੍ਰਾਇਲ ਤੋਂ ਬਾਅਦ ਸਾਹਮਣੇ ਆਏਗਾ ਜਾਂ ਫਿਰ 5G ਟੈਕਨੋਲੋਜੀ ਜੇ ਭਾਰਤ ਵਿੱਚ ਆ ਜਾਂਦੀ ਹੈ ਉਸ ਦੇ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ। 5G ਟੈਕਨੀਕ ਦੇ ਨਾਲ ਨਾ ਸਿਰਫ YouTube ਤੇ ਡੇਟਾ ਸਟ੍ਰੀਮ ਕਰਨਾ ਸੌਖਾ ਹੋਏਗਾ, ਬਲਕਿ ਇਸ ਦੇ ਨਾਲ ਵਰਚੁਅਲ ਰਿਐਲਿਟੀ, ਸਮਾਰਟ ਵਾਹਨ ਅਤੇ ਹੋਰ ਇੰਟਰਨੈਟ ਸਹਾਰੇ ਚੱਲਣ ਵਾਲੀਆਂ ਚੀਜ਼ਾਂ ਨੂੰ ਬਿਹਤਰ ਕੀਤਾ ਜਾ ਸਕੇਗਾ। ਇਹ ਟੈਲੀਕਾਮ ਕੰਪਨੀਆਂ ਕਹਿੰਦੀਆਂ ਨੇ। ਸੋ 5G ਟੈਕਨੋਲੋਜੀ ਦੇ ਟ੍ਰਾਇਲ ਹਲੇ ਭਾਰਤ ਦੇ ਵਿੱਚ ਸ਼ੁਰੂ ਹੋਣੇ ਨੇ। ਇਹ ਸਭ ਤੋਂ ਵੱਧ ਸਮਝਣ ਵਾਲੀ ਗੱਲ ਹੈ। ਪ੍ਰਾਈਮ ਟਾਈਮ ਦੇ ਵਿੱਚ ਮੈਨੂੰ ਦਿਓ ਇਜਾਜ਼ਤ। ਧੰਨਵਾਦ।